ਜੈ ਹਿੰਦ ਦੋਸਤੋ, ਮੈਂ ਹਾਂ ਕਰਮਵੀਰ ਕਰਨ। ਤੇ ਦੋਸਤੋ, ਅੱਜ ਅਸੀਂ ਇੱਕ ਅਜਿਹੀ ਗੱਲ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ ਜਿਸ ਗੱਲ ਦਾ ਸੰਬੰਧ ਹਰ ਆਮ ਇਨਸਾਨ ਨਾਲ, ਹਰ ਆਮ ਨਾਗਰਿਕ ਨਾਲ ਹੈ। ਜਦੋਂ ਅਸੀਂ ਇਸ ਗੱਲ ਦੇ ਬਾਰੇ 'ਚ ਗੱਲ ਕਰਾਂਗੇ ਤਾਂ ਤੁਹਾਨੂੰ ਵੀ ਇਹ ਲੱਗੇਗਾ ਕਿ ਇਹ ਜਿਹੜੀ ਜਾਣਕਾਰੀ ਜਿਹਦਾ ਅਸੀਂ ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਆਦਾਨ ਪ੍ਰਦਾਨ ਕਰ ਰਹੇ ਹਾਂ ਜਾਂ ਕਰਨ ਜਾ ਰਹੇ ਹਾਂ, ਉਹ ਤੁਹਾਡੇ ਨਾਲ ਹੀ ਸੰਬੰਧਿਤ ਹੈ। ਜੀ ਹਾਂ ਦੋਸਤੋ, ਸ਼ੋਰ ਬਿਲਕੁਲ ਆਪਣੇ ਆਪ ਦੇ ਵਿੱਚ ਹੀ ਇੱਕ ਅਜਿਹਾ ਸ਼ਬਦ ਹੈ ਜਿਹਦੇ ਸਾਰਿਆਂ ਵਾਸਤੇ ਅਲੱਗ ਮਾਇਨੇ ਨੇ। ਜੇ ਅਸੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਇੰਜੋਏ ਕਰ ਰਹੇ ਹਾਂ ਤਾਂ ਸ਼ੋਰ ਜਿਹੜਾ ਉਹ ਸਾਨੂੰ ਬਹੁਤ ਵਧੀਆ ਲੱਗਦਾ, ਔਰ ਕਿਉਂਕਿ ਅਸੀਂ ਉਸ ਵੇਲੇ ਉਹ ਸਾਡੀ ਮੂਵਮੈਂਟ ਐਸੀ ਹੁੰਦੀ ਹੈ ਜਿਹਦੇ 'ਚ ਅਸੀਂ ਜਿਹੜਾ ਰੌਲਾ ਰੱਪਾ ਆਪ ਵੀ ਪਾ ਰਹੇ ਹੁੰਦੇ ਹਾਂ, ਨਾਚ ਗਾਣਾ ਵੀ ਹੋ ਰਿਹਾ ਹੁੰਦਾ, ਗੀਤ ਵੀ ਚੱਲ ਰਹੇ ਹੁੰਦੇ ਆ। ਪਰ ਦੂਜੇ ਪਾਸੇ ਜਦੋਂ ਅਸੀਂ ਸੜਕ ਦੇ ਉੱਤੇ ਤੁਰੇ ਜਾ ਰਹੇ ਹਾਂ ਤਾਂ ਉਸ ਵੇਲੇ ਜਦੋਂ ਸ਼ੋਰ ਹੁੰਦਾ, ਚਾਹੇ ਉਹ ਕਿਸੇ ਗੱਡੀ ਦਾ ਹੌਰਨ ਹੀ ਹੋਏ, ਉਹ ਸਾਨੂੰ ਡਿਸਟਰਬ ਕਰਦਾ। ਇਸ ਤੋਂ ਇਲਾਵਾ ਦੋਸਤੋ, ਕਿਉਂਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸ਼ੋਰ ਜਿਹੜਾ ਜੇ ਕਿਸੇ ਹੌਸਪੀਟਲ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਕੋਈ ਮਰੀਜ਼ ਹੈ ਜਾਂ ਕੋਈ ਬੱਚੇ ਜਿਨ੍ਹਾਂ ਦਾ ਇਮਤਿਹਾਨ ਦੀ ਜਿਹੜੇ ਤਿਆਰੀ ਕਰ ਰਹੇ ਨੇ, ਜਦੋਂ ਉਹਨਾਂ ਨੂੰ ਸ਼ੋਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਦੀ ਸੋਚ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੋਏਗੀ। ਅਸੀਂ ਸਾਰਿਆਂ ਨੂੰ ਬਹੁਤ ਸਾਰੀਆਂ ਗੱਲਾਂ ਤਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਸਾਡੇ ਸਾਰਿਆਂ ਦੇ ਉੱਤੇ ਲਾਗੂ ਹੁੰਦੀਆਂ, ਪਰ ਨਾਲ ਹੀ ਅਸੀਂ ਸਿਰਫ ਇਹਨਾਂ ਗੱਲਾਂ ਦੇ ਬਾਰੇ 'ਚ ਆਪਣੇ ਤੱਕ ਹੀ ਸੀਮਤ ਨਹੀਂ ਕਰਨੀ ਆਪਣੀ ਜਾਣਕਾਰੀ, ਇਹਨੂੰ ਜਿਹੜਾ ਹੋਰ ਲੋਕਾਂ ਤੱਕ ਵੀ ਲੈ ਕੇ ਜਾਣਾ। ਇਸ ਜਾਗਰੂਕਤਾ ਮੁਹਿੰਮ ਨੂੰ, ਜੀ ਹਾਂ, ਗੱਲ ਤਾਂ ਅਸੀਂ ਸ਼ੋਰ ਪ੍ਰਦੂਸ਼ਣ ਦੀ ਹੀ ਕਰਨ ਜਾ ਰਹੇ ਹਾਂ, ਅੱਗੇ ਵਧਾਉਣ ਵਾਸਤੇ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ। ਸਾਡੇ ਮਹਿਮਾਨ ਨੇ ਹਰਿੰਦਰ ਲਾਲੀ ਐਡਵੋਕੇਟ, ਜੋ ਕਿ ਸੁਨਾਮ ਤੋਂ ਨੇ ਔਰ ਨਾਲ ਹੀ ਤਰਕਸ਼ੀਲ ਕਮੇਟੀ ਦੇ ਸੂਬਾ ਮੈਂਬਰ ਨੇ। ਅੱਜ ਉਹ ਸਟੂਡੀਓ ਦੇ ਵਿੱਚ ਨੇ ਔਰ ਅਸੀਂ ਜਿਹੜੀ ਗੱਲਬਾਤ ਕਰਨੀ ਹੈ, ਉਹ ਗੱਲਬਾਤ ਦਾ ਜਿਹੜਾ ਵਿਸ਼ਾ ਉਹ ਇਹ ਕਿ ਸ਼ੋਰ ਪ੍ਰਦੂਸ਼ਣ ਨੂੰ ਕਿਵੇਂ ਅਸੀਂ ਕਾਨੂੰਨਨ ਕਾਬੂ ਪਾ ਸਕਦੇ ਹਾਂ, ਜਾਂ ਸ਼ੋਰ ਪ੍ਰਦੂਸ਼ਣ ਦੇ ਵਾਸਤੇ ਕਾਨੂੰਨ ਦੇ ਵਿੱਚ ਕੀ ਨਿਯਮ ਬਣੇ ਹੋਏ ਨੇ ਤੇ ਉਹਨਾਂ ਦੀ ਇੰਪਲੀਮੈਂਟੇਸ਼ਨ ਕਿਵੇਂ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਹਰਿੰਦਰ ਲਾਲੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਕਿਉਂਕਿ ਸਾਡਾ ਜਿਹੜਾ ਟੌਪਿਕ ਹੈ ਬਹੁਤ ਸੀਰੀਅਸ ਹੈ ਜੀ, ਇਹਦਾ ਬਹੁਤ ਹੀ ਮੀਨਿੰਗਫੁਲ ਵੀ ਹੈ ਕਿ ਦੂਰਗਾਮੀ ਜਿਹੜੇ ਨੇ ਇਸ ਦੇ ਜਿਹੜੇ ਰਿਜ਼ਲਟਸ ਨੇ। ਤੇ ਆਪਾਂ ਜੇ ਗੱਲ ਕਰੀਏ, ਕਿਉਂਕਿ ਸ਼ੋਰ ਪ੍ਰਦੂਸ਼ਣ ਦਾ ਅਸੀਂ ਇਹ ਮੰਨਦੇ ਹੈਗੇ ਕਿ ਮੈਂ ਚਾਹੇ ਇਹਨੂੰ ਤੁਸੀਂ ਮੇਰੀ ਨਿੱਜੀ ਰਾਏ ਕਹਿ ਲਓ, ਪਰ ਇਹ ਗੱਲ ਜਿਹੜੀ ਹੈ ਕਹੀ ਜਾਂਦੀ ਹੈ ਕਿ ਆਮ ਆਦਮੀ ਹੀ ਸ਼ੋਰ ਪ੍ਰਦੂਸ਼ਣ ਦਾ ਜਿਹੜਾ ਸਰੋਤ ਹੈ, ਉਹਨੂੰ ਆਮ ਆਦਮੀ ਹੀ ਅਸੀਂ ਕਹਿ ਸਕਦੇ ਹਾਂ। ਇਸ ਕਰਕੇ ਨਿਯਮ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਜਾਂ ਲਾਅ ਜਿਹੜਾ ਹੈਗਾ, ਕਾਨੂੰਨ ਜਿਹੜਾ ਹੈਗਾ, ਇਸ ਸੰਬੰਧ ਦੇ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਰੋਕਥਾਮ ਵਾਸਤੇ ਕਿਸ ਤਰੀਕੇ ਦਾ ਜਿਹੜਾ ਉਹਦੇ ਵਿੱਚ ਪ੍ਰਾਵਧਾਨ ਨੇ, ਸਾਡੇ ਸਰੋਤਿਆਂ ਨੂੰ ਦੱਸੋ। ਕਰਮਵੀਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜੈ ਇਨਸਾਨ। ਜੋ ਸ਼ੋਰ ਪ੍ਰਦੂਸ਼ਣ ਹੈ ਉਹਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਕੇ ਲੈ ਕੇ ਚੱਲਾਂਗੇ। ਇੱਕ ਹੈ ਟੈਂਪਰੇਰੀ ਸ਼ੋਰ ਪ੍ਰਦੂਸ਼ਣ, ਇੱਕ ਹੈ ਪਰਮਾਨੈਂਟ। ਜਿਹੜਾ ਟੈਂਪਰੇਰੀ ਹੈ ਉਹ ਤਾਂ ਵਹੀਕਲਾਂ ਦੇ ਉੱਤੇ ਜਿਵੇਂ ਪ੍ਰੈਸ਼ਰ ਹਾਰਨ ਲਾਏ ਹੁੰਦੇ ਨੇ ਉਹਨਾਂ ਦੇ ਵੱਲੋਂ ਹੈ, ਜਾਂ ਕੋਈ ਤੁਰਦੇ ਫਿਰਦੇ ਅਨਾਊਂਸਮੈਂਟ ਕਰਦੇ ਨੇ। ਦੂਸਰਾ ਜਿਹੜਾ ਪਰਮਾਨੈਂਟ ਹੈ ਉਹ ਹੈ ਵੱਖਰੇ ਵੱਖਰੇ ਧਾਰਮਿਕ ਅਦਾਰੇ, ਉਹਨਾਂ ਦੇ ਸਵੇਰੇ ਸ਼ਾਮ ਜਿਹੜੇ ਲਾਊਡ ਸਪੀਕਰ ਨੇ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ। ਜਗਰਾਤਾ ਪਾਰਟੀਆਂ ਵਾਲੇ ਰਾਤਾਂ ਨੂੰ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ, ਅਤੇ ਮੈਰਿਜ ਪੈਲਸਾਂ ਦੇ ਵਿੱਚ ਵੀ ਰਾਤਾਂ ਨੂੰ ਕਾਫੀ ਸਾਰਾ ਸ਼ੋਰ ਪ੍ਰਦੂਸ਼ਣ ਕੀਤਾ ਜਾਂਦਾ, ਦਿਨ ਵਿੱਚ ਵੀ ਕੀਤਾ ਜਾਂਦਾ। ਜਿਹੜੇ ਵਹੀਕਲਾਂ ਦੇ ਨਾਲ ਸੰਬੰਧਿਤ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਸੋਮੇ ਨੇ, ਉਹਨਾਂ ਨੂੰ ਮੋਟਰ ਵਹੀਕਲ ਐਕਟ ਅਤੇ ਮੋਟਰ ਵਹੀਕਲ ਰੂਲਸ ਦੇ ਮੁਤਾਬਕ ਹਟਾਇਆ ਜਾ ਸਕਦਾ। ਇਹਨੂੰ ਹਟਾਉਣ ਦਾ ਜੋ ਅਧਿਕਾਰ ਹੈ DTA ਤੋਂ ਲੈ ਕੇ ਇੱਕ ਆਮ ਕਾਂਸਟੇਬਲ ਤੱਕ ਹੈ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਜੋ ਸਰਕਾਰੀ ਅਧਿਕਾਰੀ ਹੈ, ਜਦੋਂ ਕਿਤੇ ਉਹ ਵੇਖਦਾ ਹੈ ਕਿ ਕਿਸੇ ਵੀ ਵਹੀਕਲ ਦੇ ਉੱਤੇ ਪ੍ਰੈਸ਼ਰ ਹਾਰਨ ਲਾਇਆ ਹੋਇਆ ਤਾਂ ਉਹਨੂੰ ਉਤਰਾ ਕੇ ਉਹਦਾ ਚਲਾਨ ਵੀ ਕੀਤਾ ਜਾ ਸਕਦਾ। ਅਤੇ ਜਿੱਥੋਂ ਤੱਕ ਪਰਮਾਨੈਂਟ ਸ਼ੋਰ ਪ੍ਰਦੂਸ਼ਣ ਦੀ ਗੱਲ ਕੀਤੀ ਸੀ ਆਪਾਂ ਨੇ, ਉਹਦੇ ਵਾਸਤੇ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਤਹਿਤ ਸ਼ੋਰ ਪ੍ਰਦੂਸ਼ਣ ਕੰਟਰੋਲ ਨਿਯਮ ਬਣਾਏ ਹੋਏ ਨੇ, ਜਿਹੜੇ ਸਾਲ 2000 ਦੇ ਵਿੱਚ ਬਣਾਏ ਗਏ ਸੀਗੇ। ਉਹਨਾਂ ਦੇ ਵਿੱਚ ਬਹੁਤ ਹੀ ਸਾਫ਼ ਲਿਖਿਆ ਹੋਇਆ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਸਥਾ ਕਿਸੇ ਵੀ ਰੂਪ ਦੇ ਵਿੱਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਆਪਣੀ ਬਿਲਡਿੰਗ ਤੋਂ ਬਾਹਰ ਕਿਸੇ ਪ੍ਰਕਾਰ ਦੀ ਆਵਾਜ਼ ਨਹੀਂ ਕੱਢ ਸਕਦੀ। ਮੈਂ ਜੇ ਦੂਸਰੇ ਸ਼ਬਦਾਂ 'ਚ ਗੱਲ ਕਰਨੀ ਹੋਵੇ, ਜੋ ਵੱਖਰੇ ਧਾਰਮਿਕ ਅਦਾਰੇ ਨੇ ਉਹਨਾਂ ਦੇ ਉੱਤੇ ਜੋ ਛੱਤਾਂ ਦੇ ਉੱਤੇ ਲਾਊਡ ਸਪੀਕਰ ਫਿੱਟ ਕੀਤੇ ਹੁੰਦੇ ਨੇ, ਉਹਨਾਂ ਨੂੰ ਤਾਂ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਟੋਟਲੀ ਬੈਨ ਕੀਤਾ ਹੋਇਆ। ਅਤੇ ਜੇ ਕੋਈ ਵਿਅਕਤੀ ਜਾਂ ਜੇ ਕੋਈ ਸੰਸਥਾ ਇਹਨਾਂ ਸ਼ੋਰ ਪ੍ਰਦੂਸ਼ਣਾਂ ਦੀ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਹਨੂੰ 5 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਜੇ ਇਹਨਾਂ ਨੂੰ ਲਾਗੂ ਕਰਵਾਉਣਾ ਹੋਵੇ। ਜਦੋਂ ਇਹ ਸ਼ੋਰ ਪ੍ਰਦੂਸ਼ਣ ਨਿਯਮ ਪਹਿਲਾਂ ਬਣੇ ਸੀ, ਉਸ ਵੇਲੇ ਹਰ ਇੱਕ ਡਿਪਟੀ ਕਮਿਸ਼ਨਰ ਨੂੰ ਅਥਾਰਟੀ ਦਾ ਅਹੁਦਾ ਦਿੱਤਾ ਹੋਇਆ ਸੀ। ਇਹਦੇ ਵਿੱਚ ਅਥਾਰਟੀ ਦੀ ਡਿਊਟੀ ਲਾਈ ਹੋਈ ਸੀ ਕਿ ਜੇ ਉਹਨਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਦੇ ਬਾਰੇ ਕਾਰਵਾਈ ਕਰਨ। ਕੇਂਦਰ ਸਰਕਾਰ ਨੇ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਿਹੜੀ ਅਥਾਰਟੀ ਵਾਲੀ ਸ਼ਕਤੀ ਹੈ
ਇਹ ਪੰਜਾਬ ਦੇ ਕਿ ਦੁਨੀਆ ਭਾਰਤ ਦੇ ਸਾਰੇ ਹੀ ਐਸਡੀਐਮਜ਼ ਨੂੰ ਦੇ ਦਿੱਤੀ ਗਈ ਹੈ। ਐਸਡੀਐਮ ਨੂੰ ਦੇਣ ਦਾ ਫਾਇਦਾ ਇਹ ਹੋ ਗਿਆ ਕਿ ਆਮ ਲੋਕਾਂ ਨੂੰ ਜਿੱਥੇ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਪਹੁੰਚਣ 'ਚ ਦਿੱਕਤ ਆਉਂਦੀ ਆ, ਦੂਰ ਵੀ ਪੈਂਦਾ ਸੀਗਾ, ਖਰਚਾ ਵੀ ਹੁੰਦਾ ਸੀਗਾ, ਉਹ ਆਪੋ ਆਪਣੇ ਸਬ ਡਿਵੀਜ਼ਨਾਂ ਦੇ ਜਾ ਕੇ ਸ਼ਿਕਾਇਤ ਕਰ ਸਕਦੇ ਨੇ। ਲਾਲੀ ਜੀ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਇੰਨਾ ਸਾਰਾ ਸਖਤ ਕਾਨੂੰਨ ਹੈ ਜੀ, ਸਜ਼ਾ ਵੀ ਤੁਸੀਂ ਕਿਹਾ ਕਿ ਵੀ 5 ਸਾਲ ਤੱਕ ਦੀ ਹੋ ਸਕਦੀ ਹੈ ਤੇ ਨਾਲ ਹੀ 1 ਲੱਖ ਰੁਪਏ ਤੱਕ ਦਾ ਜੁਰਮਾਨੇ ਦਾ ਵੀ ਪ੍ਰਾਵਧਾਨ ਹੈ, ਪਰ ਫਿਰ ਵੀ ਪ੍ਰਦੂਸ਼ਣ ਜਿਹੜਾ ਹੈ ਉਹਦੇ ਤੇ ਕਾਬੂ ਨਹੀਂ ਅਸੀਂ ਪਾ ਸਕਦੇ। ਇਹਦਾ ਕੀ ਕਾਰਨ ਹੈਗਾ? ਇਹਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਨੇ ਆਪਣਾ ਗਲਬਾ ਬਣਾਇਆ ਹੋਇਆ ਅਤੇ ਸਾਡੇ ਜਿਹੜੇ ਆਮ ਨਾਗਰਿਕ ਨੇ, ਜੇਕਰ ਉਹ ਕਹਿੰਦੇ ਨੇ ਕਿ ਬਈ ਤੁਸੀਂ ਆਪਣੇ ਸਪੀਕਰ ਦੀ ਆਵਾਜ਼ ਬੰਦ ਕਰ ਲਓ, ਜੇ ਇੱਕ ਬੰਦਾ ਕਹਿੰਦਾ 10 ਬੰਦੇ ਉਹਨੂੰ ਟੋਕਣ ਵਾਲੇ ਆ ਜਾਂਦੇ ਨੇ, ਆਮ ਉਹਦੇ ਆਂਢੀ ਗੁਆਂਢੀ ਹੋ ਵੀ ਤੁਹਾਨੂੰ ਕਿਤੇ ਤਕਲੀਫ ਹੈ ਜੇ ਸਾਨੂੰ ਕੋਈ ਸਾਡੇ ਕੰਨਾਂ ਦੇ ਵਿੱਚ ਕੋਈ ਧਾਰਮਿਕ ਸ਼ਬਦ ਪੈਂਦੇ ਨੇ। ਪਰ ਇਹਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਵੀ ਆ ਗਈ ਹੈ। ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਸ਼ੋਰ ਪ੍ਰਦੂਸ਼ਣ ਮੋਨੀਟਰਿੰਗ ਕਮੇਟੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਚੇਅਰਮੈਨ ਸਾਰੇ ਡਿਪਟੀ ਕਮਿਸ਼ਨਰ ਨੇ, ਅਤੇ ਉਹਨਾਂ ਨੇ ਕਈ ਸਬ ਡਿਵੀਜ਼ਨਾਂ ਦੇ ਵਿੱਚ ਵੀ ਸ਼ੋਰ ਪ੍ਰਦੂਸ਼ਣ ਮੋਨੀਟਰਿੰਗ ਕਮੇਟੀਆਂ ਬਣਾਈਆਂ ਹੋਈਆਂ ਨੇ। ਅਤੇ ਜਿਹੜੀਆਂ ਥਾਂ ਥਾਂ ਦੇ ਉੱਤੇ ਜਾ ਕੇ ਮਿੱਥੇ ਟਾਈਮ 'ਚ ਜਿਵੇਂ ਸਵੇਰੇ 4, 4:30 ਤੋਂ ਲੈ ਕੇ ਸਵੇਰੇ 6 ਵਜੇ ਤੱਕ ਮੈਂ ਖੁਦ ਵੀ ਮੋਨੀਟਰਿੰਗ ਕਰਵਾਉਣ ਨਾਲ ਜਾ ਕੇ, ਉਹ ਜਿਹੜੀ ਟੀਮ ਹੁੰਦੀ ਆ ਉਹਦੇ ਵਿੱਚ ਨੋਡਲ ਅਫਸਰ ਦੇ ਤੌਰ 'ਤੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ, ਸੰਬੰਧਿਤ ਥਾਣੇ ਦਾ SHO, ਸ਼ਹਿਰੀ ਖੇਤਰ ਲਈ EO ਅਤੇ ਪੇਂਡੂ ਖੇਤਰ ਲਈ BDPO, ਅਤੇ ਪ੍ਰਾਈਵੇਟ ਮੈਂਬਰ ਦੇ ਤੌਰ 'ਤੇ ਜਿਵੇਂ ਮੈਂ ਜਾਂਦਾ ਹੋਰ ਵੀ ਕੋਈ ਜਾ ਸਕਦੇ ਨੇ। ਅਤੇ ਇੱਕ ਹੁੰਦਾ ਹੈ ਸ਼ੋਰ ਪ੍ਰਦੂਸ਼ਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸੰਬੰਧਿਤ ਵਾਤਾਵਰਨ ਸਹਾਇਕ ਇੰਜੀਨੀਅਰ, ਜਿਹਨੂੰ SDO ਕਿਹਾ ਜਾਂਦਾ ਹੈ। ਉਹ ਬਾਕਾਇਦਾ ਡੈਸੀਬਲ ਮੀਟਰ ਲੈ ਕੇ ਜਾਂਦੇ ਨੇ ਸਾਡੇ ਨਾਲ। ਉੱਥੇ ਜਾ ਕੇ ਅਸੀਂ ਮੇਜਰਮੈਂਟ ਕਰਦੇ ਹਾਂ ਕਿ ਇਸ ਅਦਾਰੇ ਦੇ ਗੇਟ ਦੇ ਉੱਤੇ ਕਿੰਨੇ ਡੈਸੀਬਲ ਦੀ ਆਵਾਜ਼ ਆ ਰਹੀ ਹੈ। ਜਿਹੜਾ ਮੈਂ ਤੁਹਾਨੂੰ ਸਮਾਂ ਦੱਸਿਆ ਸੀ ਰਾਤ ਨੂੰ 10 ਵਜੇ ਤੋਂ 6 ਵਜੇ ਤੱਕ, ਇਹਦੇ ਸਾਡੇ 4 ਜ਼ੋਨ ਬਣਾਏ ਹੋਏ ਨੇ: ਸਾਇਲੈਂਸ ਜ਼ੋਨ, ਰੈਜ਼ੀਡੈਂਸ਼ੀਅਲ ਜ਼ੋਨ, ਕਮਰਸ਼ੀਅਲ ਅਤੇ ਇੰਡਸਟਰੀਅਲ ਜ਼ੋਨ। ਜਿਹੜਾ ਰੈਜ਼ੀਡੈਂਸ਼ੀਅਲ ਜ਼ੋਨ ਹੈ ਉੱਥੇ ਰਿਹਾਇਸ਼ ਹੀ ਹੁੰਦੀ ਹੈ ਲੋਕਾਂ ਦੀ, ਉੱਥੇ ਕੋਈ ਹੋਰ ਵਪਾਰਕ ਅਦਾਰੇ ਨਹੀਂ ਹੁੰਦੇ, ਉੱਥੇ ਸਿਰਫ 50 ਡੈਸੀਬਲ ਤੱਕ ਆਵਾਜ਼ ਆ ਸਕਦੀ ਹੈ। ਅਤੇ ਜਿਹੜਾ ਕਮਰਸ਼ੀਅਲ ਹੁੰਦਾ ਉੱਥੇ 5 ਡੈਸੀਬਲ ਹੋਰ ਵੱਧ ਜਾਂਦੀ ਹੈ। ਜਿਹੜਾ ਇੰਡਸਟਰੀਅਲ ਹੁੰਦਾ ਉੱਥੇ 5 ਡੈਸੀਬਲ ਦੀ ਹੋਰ ਪਰਮਿਸ਼ਨ ਹੁੰਦੀ ਹੈ। ਅਤੇ ਜਿਹੜਾ ਸਾਇਲੈਂਸ ਜ਼ੋਨ ਹੁੰਦਾ ਉਹ ਤਾਂ 45 ਡੈਸੀਬਲ ਤੱਕ ਹੀ ਰਹਿੰਦਾ। ਸੋ ਅਸੀਂ ਮੈਜਰਮੈਂਟ ਕਰਦੇ ਹਾਂ ਅਤੇ ਇਹ ਤਾਂ ਗੱਲ ਬਿਲਕੁਲ ਹੀ ਕਲੀਅਰ ਹੈ ਕਿ ਜਿਹੜੇ ਅਦਾਰੇ ਦਾ ਲਾਊਡ ਸਪੀਕਰ ਚੱਲਦਾ ਉਹ ਤਾਂ ਉਲਟ ਚੱਲ ਹੀ ਰਿਹਾ ਨਾ ਪ੍ਰਦੂਸ਼ਣ ਮਾਪਦੰਡਾਂ ਤੋਂ, ਕਾਨੂੰਨੀ ਮਾਪਦੰਡਾਂ ਤੋਂ। ਉੱਥੇ ਜਾ ਕੇ ਉਹਨਾਂ ਨੂੰ ਬੁਲਾਉਂਦੇ ਹਾਂ, ਮੌਕੇ 'ਤੇ ਬੰਦ ਕਰਾਉਂਦੇ ਹਾਂ, ਉਹਨਾਂ ਨੂੰ ਸਮਝਾਉਂਦੇ ਹਾਂ ਵੀ ਆਹ ਕਾਨੂੰਨ ਹੈ, ਤੁਸੀਂ ਇਸ ਕਾਨੂੰਨ ਦੀ ਪਾਲਣਾ ਕਰੋ, ਨਹੀਂ ਸਕਦੇ। ਇਹ ਸਾਰੇ ਪੰਜਾਬ ਦੇ ਵਿੱਚ ਮੋਨੀਟਰਿੰਗ ਕਮੇਟੀਆਂ ਬਣੀਆਂ ਹੋਈਆਂ ਨੇ। ਅਤੇ ਅੱਗੇ ਨਾਲੋਂ ਕਿ ਜਿਨ੍ਹਾਂ ਇਲਾਕਿਆਂ ਦੇ ਲੋਕ ਜਾਗਰੂਕ ਨੇ, ਉਹ ਆਪਣੀ ਜਾਗਰੂਕਤਾ ਦਾ ਕਾਰਨ ਸ਼ੋਰ ਪ੍ਰਦੂਸ਼ਣ ਦੇ ਉੱਤੇ ਕੰਟਰੋਲ ਪਾਉਣ ਲੱਗੇ ਹੋਏ ਨੇ। ਅਤੇ ਜਿੰਨੇ ਵੀ ਆਪਣੇ ਸਰੋਤੇ ਆਪਣੀ ਆਵਾਜ਼ ਸੁਣ ਰਹੇ ਨੇ, ਆਪਣਾ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਕਿ ਕਾਨੂੰਨੀ ਤੌਰ ਦੇ ਉੱਤੇ ਤੁਹਾਨੂੰ ਪੂਰਾ ਅਧਿਕਾਰ ਹੈ ਕਿ ਤੁਸੀਂ ਆਪਣੇ ਇਲਾਕੇ ਦੇ ਸੰਬੰਧਿਤ SDM ਕੋਲੇ ਅਰਜ਼ੀ ਦਿਓ। ਜੇ ਤੁਸੀਂ SDM ਕੋਲੇ ਨਹੀਂ ਜਾ ਸਕਦੇ ਤਾਂ ਪੰਜਾਬ ਸਰਕਾਰ ਦੇ ਰੈਗੂਲਰ ਲੈਟਰ ਹਰੇਕ ਥਾਣੇ ਵਿੱਚ ਆਏ ਹੋਏ ਨੇ। ਉਹ ਕਿਸੇ ਥਾਣੇਦਾਰ ਦੇ ਕੋਲ ਜਾ ਕੇ SHO ਦੇ ਜਾ ਕੇ ਵੀ ਆਪਣੀ ਐਪਲੀਕੇਸ਼ਨ ਦੇ ਸਕਦੇ ਨੇ ਵੀ ਆਹ ਫਲਾਣਾ ਅਦਾਰਾ, ਚਾਹੇ ਧਾਰਮਿਕ ਹੈ, ਚਾਹੇ ਸਮਾਜਿਕ ਹੈ, ਚਾਹੇ ਪ੍ਰਾਈਵੇਟ ਹੈ, ਉਹਦੀ ਸ਼ਿਕਾਇਤ ਕਰਨ ਕਿ ਆਵਾਜ਼ ਪ੍ਰਦੂਸ਼ਣ ਪੈਦਾ ਕਰਦੇ ਨੇ, ਅਤੇ ਉਹ SHO ਨੇ ਆਪਣੇ ਤੌਰ 'ਤੇ ਕਾਰਵਾਈ ਕਰਨੀ ਹੁੰਦੀ ਹੈ। ਇੱਕ ਜਿਹੜੀ ਇਹਦੇ ਵਿੱਚ ਕਮਾਲ ਦੀ ਪ੍ਰੋਵੀਜ਼ਨ ਹੈ ਸ਼ੋਰ ਪ੍ਰਦੂਸ਼ਣ ਰੋਕੂ ਨਿਯਮਾਂ ਦੇ ਵਿੱਚ, ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਅਥਾਰਟੀ ਸ਼ੈੱਲ ਸ਼ਬਦ ਹੁੰਦਾ, ਇੱਕ ਮੇ ਸ਼ਬਦ ਹੁੰਦਾ। ਮੇ ਦਾ ਮਤਲਬ ਹੁੰਦਾ ਜੇ ਚਾਹੇ ਤਾਂ ਕਾਰਵਾਈ ਕਰ ਸਕਦੇ, ਜੇ ਨਾ ਚਾਹੇ ਤਾਂ ਨਾ ਕਰ ਸਕਦੀ ਹੈ। ਸ਼ੈੱਲ ਦਾ ਮਤਲਬ ਹੁੰਦਾ ਕਿ ਉਹਨੂੰ ਕਾਰਵਾਈ ਕਰਨੀ ਪਊਗੀ। ਸੋ ਆਪਣੇ ਜੋ ਸਰੋਤੇ ਸਾਹਿਬਾਨ ਇਹ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹ ਪੂਰੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਉਹਨਾਂ ਦੇ ਆਲੇ ਦੁਆਲੇ ਹੋ ਰਹੇ ਸ਼ੋਰ ਪ੍ਰਦੂਸ਼ਣ ਦੀ ਸ਼ਿਕਾਇਤ ਕਰਨ, ਅਤੇ ਅਥਾਰਟੀ ਨੂੰ ਉਹਦੇ ਉੱਤੇ ਕਾਰਵਾਈ ਕਰਨੀ ਹੀ ਪਊਗੀ, ਸ਼ੋਰ ਪ੍ਰਦੂਸ਼ਣ ਬੰਦ ਕਰਵਾਉਣਾ ਹੀ ਪਊਗਾ। ਇੱਕ ਆਮ ਧਾਰਨਾ ਇਹ ਵੀ ਹੈ ਕਿ ਜਿਵੇਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਪਣੇ ਧਰਮ ਦੀ ਜਿਹੜੀ ਉਪਾਸਨਾ ਕਰਨੀ ਹੈ ਉਹ ਸਾਡਾ ਫੰਡਾਮੈਂਟਲ ਰਾਈਟ ਹੈ ਜੀ, ਹੈ ਨਾ। ਤਾਂ ਕੋਈ ਵੀ ਜਿਹੜਾ ਕੋਈ ਬੰਦਾ ਜਾਂ ਕੋਈ ਸਰਕਾਰ ਤੱਕ ਜਿਹੜੀ ਹੈ ਸਾਡੇ ਫੰਡਾਮੈਂਟਲ ਰਾਈਟ ਨੂੰ ਕਦੇ ਵੀ, ਮਤਲਬ ਜਿੰਨੀ ਦੇਰ ਤੱਕ ਸਾਡਾ ਕੌਨਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਨੀ ਦੇਰ ਤੱਕ ਉਹਨਾਂ ਨੇ ਇਹ ਜਿਹੜਾ ਫੰਡਾਮੈਂਟਲ ਰਾਈਟਸ ਆ ਉਹਨਾਂ ਨੇ ਇੰਪਲਾਈ ਹੀ ਰਹਿਣਾ ਹੈਗਾ, ਇੰਪਲਾਈ ਕਰਨਾ, ਅਤੇ ਇਹਦੇ ਉਲੰਘਣਾ ਨਹੀਂ ਕੀਤੀ ਜਾ ਸਕਦੀ ਸਰਕਾਰ ਵੱਲੋਂ। ਤਾਂ ਕਿਵੇਂ ਹੁਣ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਧਾਰਮਿਕ ਅਦਾਰੇ ਦੇ ਉੱਪਰ ਜੇ ਅਸੀਂ ਸਪੀਕਰ ਲੱਗਿਆ ਹੋਇਆ, ਤੇ ਉਹਨੂੰ ਕਿਵੇਂ ਮਤਲਬ ਇਸ ਕਾਨੂੰਨ ਦੇ ਅੰਤਰਗਤ ਲੈ ਕੇ ਆਇਆ ਜਾ ਸਕਦਾ? ਬਹੁਤ ਹੀ ਵਧੀਆ ਸਵਾਲ ਪੁੱਛਿਆ, ਜਿਹੜਾ ਕਿ ਸਵਾਲ ਆਉਣਾ ਵੀ ਚਾਹੀਦਾ ਸੀਗਾ, ਨਹੀਂ ਤਾਂ ਕਨਫਿਊਜ਼ਨ ਬਣੀ ਰਹਿ ਜਾਂਦੇ ਲੋਕਾਂ ਦੇ ਮਨਾਂ ਦੇ ਵਿੱਚ। ਜਿੱਥੇ ਕੋਈ ਅਧਿਕਾਰ ਹੁੰਦਾ ਉਹਦੇ ਨਾਲ ਹੀ ਫਰਜ਼ ਹੁੰਦਾ। ਜੇ ਆਪਾਂ ਕਹੀਏ ਵੀ ਅਧਿਕਾਰ ਅਤੇ ਫਰਜ਼ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ, ਤਾਂ ਇਹ ਕੋਈ ਅਥਕਥਨੀ ਨਹੀਂ ਹੋਊਗੀ। ਜੇ ਅਸੀਂ ਆਪਣਾ ਅਧਿਕਾਰ ਮੰਗਦੇ ਹਾਂ ਤਾਂ ਦੂਸਰਿਆਂ ਨੂੰ ਉਹਨਾਂ ਦਾ ਫਰਜ਼ ਨਿਭਾਉਣਾ ਪਊਗਾ, ਤਾਂ ਸਾਡਾ ਅਧਿਕਾਰ ਸਾਨੂੰ ਮਿਲੂਗਾ। ਅਤੇ ਜੇ ਦੂਸਰਿਆਂ ਦਾ ਅਧਿਕਾਰ ਉਹਨਾਂ ਨੂੰ ਦੇਣਾ, ਤਾਂ ਸਾਨੂੰ ਵੀ ਆਪਣਾ ਫਰਜ਼ ਨਿਭਾਉਣਾ ਪਊਗਾ। ਸੋ ਜਿਹੜੇ ਫੰਡਾਮੈਂਟਲ ਰਾਈਟ ਦੇ ਤਹਿਤ ਲੋਕ ਆਪਣੇ ਧਰਮ ਦੀ ਉਪਾਸਨਾ ਕਰ ਸਕਦੇ ਨੇ, ਪਾਠ ਪੂਜਾ ਕਰ ਸਕਦੇ ਨੇ, ਉਹਦੇ ਨਾਲ ਉਹਨਾਂ ਦੇ ਕਰਤੱਵ ਵੀ ਜੁੜੇ ਹੋਏ ਨੇ, ਉਹਨਾਂ ਦੇ ਫਰਜ਼ ਵੀ ਜੁੜੇ ਹੋਏ ਨੇ ਕਿ ਤੁਸੀਂ ਜਿਹੜੀ ਪਾਠ ਪੂਜਾ ਕਰਨੀ ਹੈ, ਇਹਦੇ ਨਾਲ
ਕਿਸੇ ਹੋਰ ਨੂੰ ਕੋਈ ਸਮੱਸਿਆ ਨਾ ਹੋਵੇ, ਕਿਸੇ ਹੋਰ ਨੂੰ ਕੋਈ ਪ੍ਰੋਬਲਮ ਨਾ ਖੜੀ ਹੋਵੇ। ਤੇ ਇਹ ਜਿਹੜੇ ਸ਼ੋਰ ਪ੍ਰਦੂਸ਼ਣ ਰੋਕਣ ਵਾਲੇ ਨਿਯਮ ਅਤੇ ਕਾਨੂੰਨ ਨੇ, ਇਹ ਕਰਤੱਵਾਂ ਦੇ ਰੂਪ ਦੇ ਵਿੱਚ ਹੀ ਨੇ, ਤੇ ਜਿਹੜੀ ਉਹਨਾਂ ਨੇ ਪਾਠ ਪੂਜਾ ਕਰਨੀ ਹੈ ਉਹਦੇ ਨਾਲ ਕਿਸੇ ਹੋਰ ਨੂੰ ਕੋਈ ਪ੍ਰੋਬਲਮ ਨਾ ਹੋਵੇ। ਮੈਂ ਗੱਲ ਬੜੀ ਸਪਸ਼ਟ ਰੂਪ 'ਚ ਹੋਰ ਸਿੱਧੀ ਜਿਹੀ ਕਹਿਣੀ ਚਾਹੁੰਦਾ ਕਿ ਜਿੱਥੇ ਤੱਕ ਪਾਠ ਪੂਜਾ ਦੀ ਗੱਲ ਹੈ, ਇਹ ਜ਼ਰੂਰੀ ਨਹੀਂ ਹੈਗਾ ਕਿ ਲਾਊਡ ਸਪੀਕਰ ਲਾ ਕੇ ਹੀ ਪਾਠ ਪੂਜਾ ਕੀਤੀ ਜਾ ਸਕਦੀ ਹੈ। ਜਿਹੜੇ ਕਿਸੇ ਵਿਅਕਤੀ ਨੂੰ ਸ਼ਰਧਾ ਹੈ ਉਹ ਤੁਹਾਡੇ ਧਾਰਮਿਕ ਸਥਾਨ 'ਚ ਆਊਗਾ, ਆ ਕੇ ਮੱਥਾ ਟੇਕੂਗਾ, ਬੈਠੂਗਾ। ਜਿਹੜੇ ਬਿਲਡਿੰਗ ਦੇ ਅੰਦਰ ਬਾਕਸ ਲੱਗੇ ਹੁੰਦੇ ਨੇ ਉਹਨਾਂ ਨਾਲ ਉਹ ਪਾਠ ਸੁਣ ਲਊਗਾ। ਤੇ ਜੇ ਤੁਸੀਂ ਲਾਊਡ ਸਪੀਕਰ ਲਾ ਕੇ, ਸੋ ਜਿਹਨੂੰ ਸ਼ਰਧਾ ਹੈ ਉਹ ਆਊਗਾ, ਜਿਹਨੂੰ ਨਹੀਂ ਸ਼ਰਧਾ ਉਹ ਆਪਣੇ ਘਰੇ ਚਾਹੇ ਕੋਈ ਪੜ੍ਹਾਈ ਕਰੇ, ਚਾਹੇ ਕਸਰਤ ਕਰੇ, ਚਾਹੇ ਇਮਤਿਹਾਨਾਂ ਦੀ ਤਿਆਰੀ ਕਰੇ। ਜੇ ਕੋਈ ਵੱਡੀ ਉਮਰ ਦਾ ਬਜ਼ੁਰਗ ਹੈ ਜਾਂ ਕੋਈ ਮਰੀਜ਼ ਹੈ ਉਹ ਆਰਾਮ ਕਰੇ। ਕਿਸੇ ਦੇ ਕੰਨਾਂ ਦੇ ਵਿੱਚ ਜੋ ਆਵਾਜ਼ ਉਹਦੀ ਜ਼ਰੂਰਤ ਅਤੇ ਸਹਿਮਤੀ ਤੋਂ ਬਿਨਾਂ ਪਾਈ ਜਾਂਦੀ ਹੈ, ਉਸੇ ਨੂੰ ਸ਼ੋਰ ਪ੍ਰਦੂਸ਼ਣ ਕਿਹਾ ਜਾਂਦਾ ਹੈ। ਸੋ ਜੇਕਰ ਧਾਰਮਿਕ ਅਦਾਰੇ ਜਾਂ ਇਹਨਾਂ ਦੇ ਪ੍ਰਬੰਧਕ ਲੋਕਾਂ ਦੇ ਕੰਨਾਂ ਦੇ ਵਿੱਚ ਉਹਨਾਂ ਦੀ ਇੱਛਾ ਅਤੇ ਜ਼ਰੂਰਤ ਤੋਂ ਬਿਨਾਂ ਆਵਾਜ਼ ਪਾਉਣਗੇ ਤਾਂ ਉਹ ਸ਼ੋਰ ਪ੍ਰਦੂਸ਼ਣ ਹੀ ਹੋਊਗੀ, ਜੋ ਕਿ ਇੱਕ ਦੰਡਨੀय ਅਪਰਾਧ ਹੈ। ਮੈਰਿਜ ਪੈਲੇਸਿਸ ਦੇ ਵਿੱਚ ਜਿਹੜਾ ਸ਼ੋਰ ਹੈ ਉਹ ਵੀ ਇੱਕ, ਕਿਉਂਕਿ ਬੜੇ ਸਾਰੇ ਮੈਰਿਜ ਪੈਲੇਸਿਸ ਜਿਹੜੇ ਆ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੈ, ਤੇ ਉਹਨਾਂ ਨੂੰ ਕਿਵੇਂ ਜਿਹੜਾ ਕੰਟਰੋਲ ਕੀਤਾ ਜਾ ਸਕਦਾ? ਸੇਮ ਤਰੀਕੇ ਨਾਲ ਜੀ, ਜਿਵੇਂ ਬਾਕੀ ਅਦਾਰਿਆਂ ਦੇ ਉੱਤੇ ਜਾ ਕੇ ਮੋਨੀਟਰਿੰਗ ਕੀਤੀ ਜਾਂਦੀ ਆ, ਆਮ ਕਰਕੇ ਜਿਹੜੇ ਮੈਰਿਜ ਪੈਲੇਸ ਨੇ ਉਹਨਾਂ ਦੇ ਵਿੱਚ ਰਾਤ ਨੂੰ ਸ਼ਾਦੀਆਂ ਹੁੰਦੀਆਂ ਨੇ ਜਿਹਨਾਂ ਨਾਲ ਲੋਕਾਂ ਨੂੰ ਜ਼ਿਆਦਾ ਸਮੱਸਿਆ ਹੁੰਦੀ ਹੈ। ਅਤੇ ਜੇ ਰਾਤ ਨੂੰ 10 ਵਜੇ ਤੋਂ ਮਗਰੋਂ ਉਹ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਉਹੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉੱਥੇ ਸਾਡੇ ਸੁਨਾਮ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਜੀ। ਇਸ ਕਾਨੂੰਨ ਤਹਿਤ ਮੋਨੀਟਰਿੰਗ ਕਮੇਟੀ ਸਾਡੀ ਨੇ ਜਾ ਕੇ ਦੇਖਿਆ, ਉਹ ਮਿੱਥੀ ਸੀਮਾ ਤੋਂ ਵੱਧ ਸ਼ੋਰ ਪੈਦਾ ਕਰ ਰਹੇ ਸੀ। ਰਾਤ ਨੂੰ 11 ਵਜੇ ਮੋਨੀਟਰਿੰਗ ਕੀਤੀ ਸੀਗੀ, ਉੱਥੇ ਮੁਕੱਦਮਾ ਚੱਲ ਰਿਹਾ। ਕਈ ਸਾਲ ਹੋ ਕੇ ਪੇਸ਼ੀਆਂ ਭੁਗਤ ਰਿਹਾ ਜੀ। ਉਹ ਅਲਾਊਡ ਕਿੰਨਾ ਸ਼ੋਰ ਕਿੰਨਾ ਅਲਾਊਡ ਹੈ? ਜੇ ਆਪਾਂ ਕਹਿੰਦੇ ਹਾਂ ਕਿ ਜਿਵੇਂ ਹੁਣ ਅਸੀਂ ਇਸ ਵੇਲੇ ਅਰਬਨ ਸਟੇਟ ਦੇ ਵਿੱਚ ਸਾਡਾ ਦਫ਼ਤਰ ਹੈ, ਸਾਡੇ ਨਾਲ ਹੀ ਬਿਲਕੁਲ ਕਲੱਬ ਹੈ, ਅਤੇ ਉਹਦੇ ਵਿੱਚ ਵੀ ਵਿਆਹ ਸ਼ਾਦੀਆਂ ਹੁੰਦੀਆਂ, ਸ਼ੋਰ ਵੀ ਹੁੰਦਾ। ਕਿੰਨਾ ਡੈਸੀਬਲ ਤੱਕ ਸ਼ੋਰ ਅਲਾਊਡ ਹੈਗਾ? ਕਿਉਂਕਿ ਰੈਜ਼ੀਡੈਂਸ਼ੀਅਲ ਏਰੀਆ ਹੀ ਹੋ ਗਿਆ। ਹਾਂਜੀ 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 ਜੀ। ਜਿਹੜਾ ਇਹ ਸ਼ੋਰ ਪ੍ਰਦੂਸ਼ਣ ਹੈ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਤਾਂ ਕੋਈ ਜਦੋਂ ਨਿੱਜੀ ਤੌਰ ਦੇ ਉੱਤੇ ਕੋਈ ਸ਼ੋਰ ਪ੍ਰਦੂਸ਼ਣ ਪੈਦਾ ਕਰਦਾ, ਦੂਸਰਾ ਹੈਗਾ ਜਦੋਂ ਜਨਤਕ ਤੌਰ 'ਤੇ ਕਿਸੇ ਅਦਾਰੇ ਵੱਲੋਂ ਕੀਤਾ ਜਾਂਦਾ। ਇਹ ਰਾਤ ਨੂੰ 45+50 ਜਾਣੀ ਕਿ 5% ਦੇ ਕੇ ਕੁੱਲ 50 ਡੈਸੀਬਲ ਤੱਕ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ। ਅਤੇ ਇਹ ਦੇਖਣ ਨੂੰ ਚਾਹੇ 50 ਬਹੁਤ ਲੱਗਦਾ ਹੋਵੇ ਡੈਸੀਬਲ, ਪਰ ਜਦੋਂ ਮੀਟਰ ਲਾਉਂਦੇ ਆ ਨਾ, ਜੇ ਮੈਂ ਥੋੜ੍ਹਾ ਜਿਹਾ ਹੋਰ ਉੱਚੀ ਬੋਲ ਪਾ ਹੁਣ ਇੱਥੇ ਹੀ, ਉਹ 45-50 ਦੇ ਕਰੀਬ ਹੋਊਗੀ। ਦੂਸਰੇ ਸ਼ਬਦਾਂ ਦੇ ਵਿੱਚ ਕਾਫੀ ਸਾਰੇ ਪੂਰੀ ਸ਼ਾਂਤੀ ਹੀ ਬਣਾ ਕੇ ਰੱਖਣੀ ਪੈਂਦੀ ਹੈ ਰਾਤ ਨੂੰ 10 ਤੋਂ 6 ਵਜੇ ਤੱਕ, ਸਵੇਰ ਤੱਕ। ਜਿਹੜਾ ਸਵੇਰ ਦੇ 6 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦਾ ਦਿਨ ਦਾ ਸਮਾਂ, ਉਹਦੇ ਵਿੱਚ ਵੀ ਪੂਰੀ ਖੁੱਲ੍ਹੀ ਛੁੱਟੀ ਨਹੀਂ ਹੈਗੀ ਕਿ ਜਿੰਨਾ ਮਰਜ਼ੀ ਸ਼ੋਰ ਪੈਦਾ ਕਰੀ ਜਾਓ। ਉਹਦੇ ਵਾਸਤੇ ਵੀ ਬਾਕਾਇਦਾ ਮਾਪਦੰਡ ਬਣੇ ਹੋਏ ਨੇ, ਸ਼ਡਿਊਲ ਬਣਿਆ ਹੋਇਆ ਕਿ ਇਸ ਸਮੇਂ ਦੇ ਵਿੱਚ ਕਿਸ ਡੈਸੀਬਲ ਤੱਕ ਦੀ ਸੀਮਾ ਤੱਕ ਕੋਈ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ। ਅਤੇ ਉਹਦੀ ਵੀ ਬਾਕਾਇਦਾ ਤੌਰ 'ਤੇ ਅਥਾਰਟੀ ਤੋਂ, ਯਾਨੀ ਕਿ SDM ਤੋਂ ਪਰਮਿਸ਼ਨ ਲੈਣੀ ਪੈਂਦੀ ਆ ਵੀ ਅਸੀਂ ਆਹ ਜਿਹੜਾ ਸਾਊਂਡ ਸਿਸਟਮ ਯੂਜ਼ ਕਰਨਾ, ਫਲਾਣੀ ਥਾਂ ਦੇ ਉੱਤੇ ਕਰਨਾ ਹੈ, ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਤੱਕ, ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ। ਜੇ ਕੋਈ ਵੀ ਵਿਅਕਤੀ ਲਾਊਡ ਸਪੀਕਰ SDM ਦੀ ਪਰਮਿਸ਼ਨ ਤੋਂ ਬਿਨਾਂ ਚਲਾਉਂਦਾ ਹੈ ਕਿਸੇ ਵੀ ਸਮੇਂ, ਉਹ ਵੀ ਇੱਕ ਗੈਰ ਕਾਨੂੰਨੀ ਅਪਰਾਧ ਹੈ। ਮਤਲਬ ਹਲਕਾ ਸ਼ੋਰ ਕਰਨ ਵਾਸਤੇ ਵੀ ਪਰਮਿਸ਼ਨ ਲੈਣ ਦੀ ਲੋੜ ਹੈ? ਬਿਲਕੁਲ ਜੀ। ਸਾਊਂਡ ਸਿਸਟਮ ਯੂਜ਼ ਕਰਨ ਵਾਸਤੇ, ਜਿਹਦੇ ਰਾਹੀਂ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ, ਉਹਦੇ ਵਾਸਤੇ ਵੀ ਪਰਮਿਸ਼ਨ ਦੀ ਲੋੜ ਹੈ ਜੀ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਸਕੂਲਾਂ ਦੇ ਵਿੱਚ ਸਾਊਂਡ ਸਿਸਟਮ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ, ਤਾਂ ਕੀ ਉਹਨਾਂ ਨੂੰ ਵੀ ਪਹਿਲਾਂ ਪਰਮਿਸ਼ਨ ਲੈਣੀ ਪਏਗੀ? ਬਿਲਕੁਲ ਜੀ। ਉਹਦੇ ਲਈ ਕੀ ਪ੍ਰੋਸੀਜਰ ਕੀ ਹੋਏਗਾ? ਸਿਰਫ SDM ਨੂੰ ਇੱਕ ਸਿੰਪਲ ਐਪਲੀਕੇਸ਼ਨ ਦੇਣੀ? SDM ਨੂੰ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੁੰਦੀ ਹੈ। SDM ਸੰਬੰਧਿਤ ਥਾਣੇ ਤੋਂ ਰਿਪੋਰਟ ਮੰਗਦੇ ਨੇ ਵੀ ਜੇ ਇਹ ਸਾਊਂਡ ਸਿਸਟਮ ਫਲਾਣੀ ਥਾਂ 'ਤੇ ਚਲਾਉਣ ਜਿੱਥੇ ਮੰਗ ਕਰਦੇ ਨੇ, ਕੋਈ ਲਾ ਐਂਡ ਆਰਡਰ ਦੀ ਸਮੱਸਿਆ ਤਾਂ ਨਹੀਂ ਖੜੀ ਹੋ ਜਾਊਗੀ। ਜੇ ਉਹ ਕਹਿ ਦੇਣ ਕੋਈ ਲਾ ਐਂਡ ਆਰਡਰ ਦੀ ਸਮੱਸਿਆ ਨਹੀਂ ਹੁੰਦੀ ਤਾਂ ਉਹਨਾਂ ਨੇ ਪਰਮਿਸ਼ਨ ਦੇ ਦੇਣੀ ਹੁੰਦੀ ਆ। ਕੋਈ ਯੂਨੀਵਰਸਲ ਵੀ ਹੈਗਾ ਇਹਦੇ 'ਚ ਕਿ ਵੀ ਮਤਲਬ ਕੁਛ ਇੱਦਾਂ ਦੇ ਸਿਸਟਮਸ ਵੀ ਹੈਗੇ ਜਿਹੜੇ ਅਲਾਊਡ ਹੁੰਦੇ ਆ, ਚਾਹੇ ਅਸੀਂ ਸਕੂਲ ਵਰਗੇ ਜਨਤਕ ਅਦਾਰੇ ਦੀ ਗੱਲ ਕਰੀਏ ਜਾਂ ਜਿਹੜਾ ਕਿਸੇ ਧਾਰਮਿਕ ਸਥਾਨ ਦੀ ਗੱਲ ਕਰੀਏ? ਸੁਗੋ ਮੋਟੋ ਕੁਛ ਵੀ ਅਲਾਉਡ ਨਹੀਂ ਹੈਗਾ। ਸੁਗੋ ਮੋਟੋ ਦਾ ਮਤਲਬ ਵੀ ਆਪਣੇ ਆਪ ਤੌਰ 'ਤੇ ਕੁਛ ਵੀ ਅਲਾਉ ਨਹੀਂ ਹੈਗਾ। ਉਹ ਵੱਖਰੀ ਗੱਲ ਹੈ ਕਿ ਜਦੋਂ ਤੱਕ ਕਿਸੇ ਨੋਇਜ਼ ਪੋਲਿਊਸ਼ਨ ਦੇ ਖਿਲਾਫ, ਕਿਸੇ ਸਾਊਂਡ ਸਿਸਟਮ ਦੇ ਖਿਲਾਫ ਆਵਾਜ਼ ਨਹੀਂ ਹੁੰਦੀ, ਸ਼ਿਕਾਇਤ ਨਹੀਂ ਹੁੰਦੀ, ਤਾਂ ਉਹਦੀ ਕੋਈ ਪੁੱਛ ਪੜਤਾਲ ਨਹੀਂ ਕਰਦਾ ਹੈਗਾ। ਮਤਲਬ ਆਪਣੇ ਗੇਟ ਤੱਕ ਵੱਧ ਤੋਂ ਵੱਧ 50 ਡੈਸੀਬਲ ਹੋਣਾ ਚਾਹੀਦਾ। ਇਸ ਤੋਂ ਜੇ 50 ਤੋਂ ਉੱਪਰ ਜਾ ਰਿਹਾ ਤਾਂ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਹੋ। ਇਸੇ ਤਰੀਕੇ ਲਾਲੀ ਜੀ, ਜਿਵੇਂ ਮਤਲਬ ਬਹੁਤ ਸਾਰੀਆਂ ਬੱਸਾਂ, ਕਾਰਾਂ ਦੇ ਵਿੱਚ ਪ੍ਰੈਸ਼ਰ ਹਾਰਨਸ ਹੈ ਔਰ ਬਹੁਤ ਸਾਰੇ ਐਕਸੀਡੈਂਟਸ ਦਾ ਵੀ ਇਹ ਕਾਰਨ ਬਣਦੇ ਹੈਗੇ। ਇਹਨਾਂ ਦੇ ਬਾਰੇ 'ਚ ਕਿਵੇਂ ਅਸੀਂ ਅਵੇਅਰ ਕਰ ਸਕਦੇ ਹਾਂ, ਜਾਂ ਤੁਹਾਡੀ ਸੰਸਥਾ ਜਿਹੜੀ ਹੈ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ, ਸਮਾਜਿਕ ਸੰਸਥਾਵਾਂ, ਉਹ ਕਿੱਦਾਂ ਕੰਮ ਕਰਦੀਆਂ? ਅਸੀਂ ਪਿਛਲੇ 6-7 ਸਾਲਾਂ ਤੋਂ
ਸ਼ੋਰ ਪ੍ਰਦੂਸ਼ਣ ਨੂੰ ਬੰਦ ਕਰਾਉਣ ਵਾਸਤੇ, ਚਾਹੇ ਪ੍ਰੈਸ਼ਰ ਹਾਰਨ ਵਾਲਾ ਹੋਵੇ, ਚਾਹੇ ਗੰਦੇ ਜਾਂ ਅਸ਼ਲੀਲ ਗਾਣੇ ਚਲਾਉਣ ਵਾਲਾ ਹੋਵੇ ਪਬਲਿਕ ਟਰਾਂਸਪੋਰਟਾਂ ਦੇ ਵਿੱਚ, ਜਾਂ ਲਾਊਡ ਸਪੀਕਰਾਂ ਵਾਲਾ ਵੱਖ ਵੱਖ ਧਾਰਮਿਕ ਅਦਾਰਿਆਂ ਜਾਂ ਮੈਰਿਜ ਪੈਲਸਾਂ ਵੱਲੋਂ, ਜਾਂ ਡੀਜੇ ਪਾਰਟੀਆਂ ਵਾਲਿਆਂ ਵੱਲੋਂ, ਜਾਂ ਜਗਰਾਤਾ ਪਾਰਟੀਆਂ ਵਾਲਿਆਂ ਵੱਲੋਂ, ਉਹਦੇ ਬਾਰੇ ਅਸੀਂ ਪਿਛਲੇ 5-6 ਸਾਲਾਂ 'ਚ ਪੰਜਾਬ ਦੇ ਸਾਰੇ SDMs ਨੂੰ ਅਤੇ ਸਾਰੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਕਿ ਫਲਾਣੇ ਕਾਨੂੰਨ ਦੀ ਫਲਾਣੀ ਧਾਰਾ ਦੀ ਉਲੰਘਣਾ ਕਰਕੇ ਆਹ ਸ਼ੋਰ ਪ੍ਰਦੂਸ਼ਣ ਪੈਦਾ ਤੁਹਾਡੇ ਇਲਾਕੇ 'ਚ ਕੀਤਾ ਜਾ ਰਿਹਾ, ਇਹਨੂੰ ਬੰਦ ਕਰਵਾਇਆ ਜਾਵੇ। ਅਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਛੇਤੀ ਕਿਤੇ ਇਸ ਤਰ੍ਹਾਂ ਦੇ ਐਕਸ਼ਨ ਨਹੀਂ ਕਰਦੀਆਂ, ਇਸ ਤਰ੍ਹਾਂ ਦੇ ਮੰਗ ਪੱਤਰਾਂ ਦੇ ਮੁਤਾਬਕ ਕਾਰਵਾਈ ਢੁਕਵੀਂ ਨਹੀਂ ਕਰਦੀਆਂ, ਬਸ ਲੀਪਾ ਪੋਚੀ ਜੀ ਕਰ ਦਿੰਦੇ ਨੇ। ਅਤੇ ਹੁਣ ਫਿਰ ਅਸੀਂ ਦੁਬਾਰੇ ਸਾਰੇ ਪੰਜਾਬ ਦੇ ਵਿੱਚ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਜੋ ਸਰਕਾਰਾਂ ਨੂੰ ਜਗਾਇਆ ਜਾਵੇ, ਸਰਕਾਰੀ ਮਸ਼ੀਨਰੀ ਨੂੰ ਜਗਾਇਆ ਜਾਵੇ, ਜਿਸ ਨਾਲ ਲੋਕਾਂ ਨੂੰ ਕੁਛ ਨਾ ਕੁਛ ਕਿਸੇ ਨਾ ਕਿਸੇ ਹੱਦ ਤੱਕ ਸ਼ੋਰ ਪ੍ਰਦੂਸ਼ਣ ਤੋਂ ਰਾਹਤ ਦਿਵਾਈ ਜਾ ਸਕੇ। ਅੱਛਾ, ਜੇ ਅਸੀਂ ਆਮ ਆਦਮੀ ਦੀ ਗੱਲ ਕਰੀਏ, ਕਾਨੂੰਨ ਹੈ, ਉਹਦੇ 'ਚ ਪ੍ਰਾਵਧਾਨ ਨੇ। ਇੱਕ ਤਾਂ ਦੋ ਚੀਜ਼ਾਂ ਜਿਹੜੀਆਂ ਆਮ ਤੌਰ 'ਤੇ ਹੁੰਦੀਆਂ, ਇੱਕ ਤਾਂ ਹੁੰਦਾ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ, ਆਮ ਨਾਗਰਿਕ ਨੂੰ, ਕਿ ਕਾਨੂੰਨ ਦੇ ਵਿੱਚ ਕਾਨੂੰਨ, ਪਹਿਲੀ ਗੱਲ ਇਹ ਕਿ ਕੋਈ ਇੱਦਾਂ ਦਾ ਕਾਨੂੰਨ ਬਣਿਆ, ਦੂਜੀ ਫਿਰ ਇਹ ਕਿ ਵੀ ਉਸ ਦੇ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀ ਨੇ, ਤੀਜੀ ਗੱਲ ਕਿ ਉਹਨੂੰ ਉਹ ਕਿੱਦਾਂ ਇੰਪਲੀਮੈਂਟ ਕਰਾਉਣ ਲਈ ਉਹ ਕੀ ਕਰ ਸਕਦਾ ਆਮ ਆਦਮੀ। ਅਤੇ ਅਸੀਂ ਜੇ ਇਹਨਾਂ ਤਿੰਨੋਂ ਲੈਵਲਸ ਦੀ ਗੱਲ ਕਰੀਏ ਤਾਂ ਕੀ ਹੋਣਾ ਚਾਹੀਦਾ? ਕੁਛ ਗੱਲ ਤਾਂ ਮੈਂ ਪਹਿਲਾਂ ਵੀ ਕਰ ਚੁੱਕਿਆ, ਚਲੋ ਪਰ ਰਿਪੀਟ ਕਰ ਦੇਣਾ, ਕਿਉਂਕਿ ਜਿਹੜੀ ਇੰਪੋਰਟੈਂਟ ਗੱਲ ਹੁੰਦੀ ਹੈ ਨਾ, ਜੋ ਰਿਪੀਟ ਹੋ ਜਾਏ ਤਾਂ ਵਧੀਆ ਯਾਦ ਰਹਿ ਜਾਂਦੀ ਹੈ। ਵਿਅਕਤੀ ਹੀ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ ਅਤੇ ਵਿਅਕਤੀਆਂ ਨੂੰ ਹੀ ਸ਼ੋਰ ਪ੍ਰਦੂਸ਼ਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੇ ਹੋਰ ਦੂਸਰੇ ਸ਼ਬਦਾਂ 'ਚ ਗੱਲ ਕਰਨੀ ਹੋਵੇ ਵੀ ਕੁਦਰਤੀ ਸੋਮਿਆਂ ਤੋਂ ਇਹਨਾਂ ਸ਼ੋਰ ਪ੍ਰਦੂਸ਼ਣ ਨਹੀਂ ਪੈਦਾ ਹੋ ਰਿਹਾ ਜਿਹਦੇ ਕਰਕੇ ਸਾਨੂੰ ਸਮੱਸਿਆ ਹੋਵੇ। ਹੁਣ ਜੋ ਵਿਅਕਤੀ ਆਪਣੇ ਨਿੱਜੀ ਲਾਲਚਾਂ ਵਾਸਤੇ ਜਾਂ ਨਿੱਜੀ ਕਾਰਨਾਂ ਵਾਸਤੇ ਜਾਂ ਨਿੱਜੀ ਸ਼ਰਧਾ ਵਾਸਤੇ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ, ਤਾਂ ਉਹਨੂੰ ਰੋਕਣ ਵਾਸਤੇ ਕੋਈ ਵੀ ਵਿਅਕਤੀ ਇੱਕ ਸਧਾਰਨ ਅਰਜ਼ੀ ਦੇਊਗਾ, ਚਾਹੇ SDM ਨੂੰ ਦੇ ਦੇਵੇ, ਚਾਹੇ ਡਿਪਟੀ ਕਮਿਸ਼ਨਰ ਨੂੰ ਦੇ ਦੇਵੇ, ਚਾਹੇ ਆਪ ਜਾ ਕੇ ਦੇ ਦੇਵੇ, ਚਾਹੇ ਰਜਿਸਟਰਡ ਡਾਕ ਰਾਹੀਂ ਦੇ ਦੇਵੇ, ਜਾਂ ਅੱਜ ਕੱਲ੍ਹ ਤਾਂ ਸੁਵਿਧਾ ਕੇਂਦਰ ਵੀ ਬਣੇ ਹੋਏ ਨੇ, ਉੱਥੇ ਕਾਊਂਟਰ ਦੇ ਉੱਤੇ ਜਾ ਕੇ ਆਪਣੀ ਐਪਲੀਕੇਸ਼ਨ ਦੇ ਸਕਦਾ, ਜਾਂ SHO ਨੂੰ ਦੇ ਦੇਵੇ, DSP ਨੂੰ ਦੇ ਦੇਵੇ, SSP ਨੂੰ ਦੇ ਦੇਵੇ, ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਉਹ ਮਾਰਕ ਹੋ ਕੇ ਆ ਕੇ ਉਸੇ ਥਾਣੇ ਦੇ ਵਿੱਚ ਆ ਜਾਣੀ ਹੈ। ਅਤੇ ਉਹਨਾਂ ਨੇ ਮੌਕੇ 'ਤੇ ਜਾ ਕੇ ਜਿਹੜਾ ਧਿਰ ਜਾਂ ਜਿਹੜੀ ਵਿਅਕਤੀ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਨੇ ਉਹਨਾਂ ਤੋਂ ਸ਼ੋਰ ਪ੍ਰਦੂਸ਼ਣ ਬੰਦ ਕਰਾਉਣਾ ਹੈ। ਜੇ ਉਹ ਚਾਹੁਣ ਤਾਂ ਉਹ 5 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਵਾਲਾ ਮੁਕੱਦਮਾ ਵੀ ਦਰਜ ਕਰ ਸਕਦੇ ਨੇ। ਇੱਕ ਹੋਰ ਗੱਲ ਜਿਹੜੀ ਮੇਰੇ ਮਾਈਂਡ ਦੇ ਵਿੱਚ ਆ ਰਹੀ ਸੀ ਕਿ ਅਸੀਂ ਕਹਿ ਰਹੇ ਹਾਂ ਕਿ ਰਾਤੀ 10 ਵਜੇ ਤੋਂ ਸਵੇਰ ਦੇ 6 ਵਜੇ ਤੱਕ ਸ਼ੋਰ ਨਹੀਂ ਹੋ ਸਕਦਾ, ਅਤੇ ਸਵੇਰ ਦੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਮੈਂ ਗੱਲ ਕੀਤੀ ਸੀ, ਆਪਾਂ ਦੁਹਰਾ ਲੈਂਦੇ ਹਾਂ, ਮੈਂ ਗੱਲ ਕੀਤੀ ਸੀ ਕਿ ਸਵੇਰ ਦੇ 6 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੋਈ ਖੁੱਲ੍ਹੀ ਛੂਟ ਨਹੀਂ ਦੇ ਰੱਖੀ ਵੀ ਜਿੰਨਾ ਮਰਜ਼ੀ ਰੌਲਾ ਗੋਲਾ ਪਾਈ ਚੱਲੋ। ਉਹ ਰਾਤ ਦੇ ਮਿਕਦਾਰ ਤੋਂ ਤਕਰੀਬਨ 10-15 ਡੈਸੀਬਲ ਵੱਧ ਤੱਕ ਦੀ ਪਰਮਿਸ਼ਨ ਹੈ ਦਿਨ ਦੇ ਵਿੱਚ ਵੀ। ਇਹ ਨਹੀਂ ਹੈਗਾ ਜਿੰਨਾ ਮਰਜ਼ੀ ਮੈਰਿਜ ਪੈਲੇਸਿਸ ਨੂੰ ਵੀ ਜਿਹੜੀ ਇਹ ਪਰਮਿਸ਼ਨ ਲੈਣੀ ਪਏਗੀ ਜੇ ਉਹਨਾਂ ਨੇ ਦਿਨ ਦੇ ਵਿੱਚ ਵੀ ਪਲੇ ਕਰਨਾ, ਔਰ ਇਸੇ ਤਰੀਕੇ ਦੇ ਨਾਲ ਬਾਕੀ ਸਾਰੇ ਸੰਸਥਾਨਾਂ ਨੂੰ, ਚਾਹੇ ਮੈਰਿਜ ਪੈਲੇਸ ਹੈ, ਚਾਹੇ ਕੋਈ ਧਾਰਮਿਕ ਸਥਾਨ ਹੈ, ਚਾਹੇ ਕੋਈ ਨਿੱਜੀ ਸਥਾਨ ਹੈ, ਚਾਹੇ ਕੋਈ ਸਮਾਜਿਕ ਸਥਾਨ ਹੈ, ਜਿਸ ਨੇ ਵੀ ਸਾਊਂਡ ਸਿਸਟਮ ਚਲਾਉਣਾ ਹੈ, ਜਿਹਦੀ ਆਵਾਜ਼ ਉਹਨਾਂ ਦੀ ਬਿਲਡਿੰਗ ਤੋਂ ਬਾਹਰ ਜਾਂਦੀ ਹੋਵੇ, ਤਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਹੀ ਪਊਗੀ ਲਾਜ਼ਮੀ ਤੌਰ 'ਤੇ। ਹੁਣ ਇੱਕ ਆਮ ਆਦਮੀ ਦੇ ਬਾਰੇ ਜੇ ਅਸੀਂ ਗੱਲ ਕਰਦੇ ਹਾਂ, ਹਾਂਜੀ, ਤੇ ਮੈਨੂੰ ਤੁਸੀਂ ਜਸਟ ਇਹ ਦੱਸੋ ਕਿ ਵੀ ਆਮ ਆਦਮੀ ਜਿਹੜਾ ਉਹਦਾ ਕੀ ਫਰਜ਼ ਹੋਏਗਾ, ਉਹਨੂੰ ਕੀ ਜਿਹੜਾ ਉਸਨੂੰ ਸ਼ੋਰ ਪ੍ਰਦੂਸ਼ਣ ਨੂੰ ਉਹ ਕਿਵੇਂ ਰੋਕ ਸਕਦਾ। ਅਸੀਂ ਐਪਲੀਕੇਸ਼ਨ ਵਾਲੀ ਤਾਂ ਗੱਲ ਕਰ ਲਿੱਤੀ ਕਿ ਉਹ ਜਿਹੜੀਆਂ ਸੰਬੰਧਿਤ ਅਧਿਕਾਰੀ ਨੇ ਉਹਨਾਂ ਤੱਕ ਉਹ ਆਪਣੀ ਕੰਪਲੇਂਟ ਕਰ ਸਕਦਾ, ਪਰ ਅਸੀਂ ਮਤਲਬ ਸਮਾਜਿਕ ਲੈਵਲ ਦੇ ਉੱਤੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਿਸ ਤਰੀਕੇ ਦੇ ਨਾਲ ਇਸ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਵਿੱਚ ਕੰਟਰੀਬਿਊਟ ਕਰ ਸਕਦਾ। ਇੱਕ ਤਾਂ ਆਮ ਆਦਮੀ ਨੂੰ ਚਾਹੀਦਾ ਹੈ ਕਿ ਆਪਣੇ ਪਰਿਵਾਰ ਨੂੰ, ਆਪਣੇ ਆਲੇ ਦੁਆਲੇ ਨੂੰ ਇਸ ਗੱਲੋਂ ਜਾਗਰੂਕ ਕਰੇ ਕਿ ਬਈ ਇਹ ਸ਼ੋਰ ਪ੍ਰਦੂਸ਼ਣ ਦੇ ਉੱਤੇ ਪਾਬੰਦੀ ਲੱਗੀ ਹੋਈ ਆ, ਕਾਨੂੰਨੀ ਤੌਰ 'ਤੇ ਪਾਬੰਦੀ ਲੱਗੀ ਹੋਈ ਆ। ਜੇ ਭਾਈ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਸਕਦਾ, ਆਹ ਜਿਹੜੀ ਪਹਿਲਾਂ ਦੱਸੀ ਸਜ਼ਾ ਹੋ ਸਕਦੀ ਹੈ। ਇੱਕ ਤਾਂ ਉਹਨੂੰ ਆਮ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਇੱਕ ਹੋਰ ਗੱਲ ਇਹ ਤੋਂ ਅਗਲੇ ਸਟੈਪ ਵਾਲੀ, ਜੇਕਰ ਤੁਹਾਡੀ ਦਰਖਾਸਤ ਦੇ ਮੁਤਾਬਕ ਕਾਰਵਾਈ ਨਹੀਂ ਹੁੰਦੀ, ਤੁਸੀਂ ਉਸ ਦਰਖਾਸਤ ਦੀ ਇੱਕ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੋ। ਤੁਹਾਨੂੰ ਪੂਰਾ ਅਧਿਕਾਰ ਹੈ ਕਿ ਜਿਸ ਦਿਨ ਤੁਹਾਡੀ ਦਰਖਾਸਤ ਨੂੰ 60 ਦਿਨ ਹੋ ਗਏ ਦਿੱਤੀ ਨੂੰ ਕੋਈ ਕਾਰਵਾਈ ਨਹੀਂ ਹੋਈ, ਤਾਂ ਜਿਹੜੀ ਤੁਹਾਡੇ ਇਲਾਕੇ ਦੇ ਵਿੱਚ ਸਿਵਲ ਕੋਰਟ ਹੈ, ਤੁਸੀਂ ਉੱਥੋਂ ਜਾ ਕੇ ਸਟੇ ਲੈ ਸਕਦੇ ਹੋ, ਬੰਦੀ ਲੈ ਸਕਦੇ ਹੋ, ਇੰਜੰਕਸ਼ਨ ਲੈ ਸਕਦੇ ਹੋ ਕਿ ਫਲਾਣੀ ਧਿਰ ਸ਼ੋਰ ਪ੍ਰਦੂਸ਼ਣ ਪੈਦਾ ਕਰਦੀ ਹੈ, ਉਹਨੂੰ ਰੋਕਿਆ ਜਾਵੇ। ਤਾਂ ਅਦਾਲਤ ਵੱਲੋਂ ਉਸ ਧਿਰ ਨੂੰ ਕੋਈ ਵੀ ਹੋਵੇ, ਚਾਹੇ ABCD, ਉਹਨੂੰ ਸੰਮਣ ਭੇਜ ਕੇ ਅਦਾਲਤ ਵਿੱਚ ਬੁਲਾਇਆ ਜਾਊਗਾ ਅਤੇ ਅਦਾਲਤ ਵੱਲੋਂ ਬਾਕਾਇਦਾ ਉਹਦੇ ਖਿਲਾਫ ਸਟੇ ਦਾ, ਬੰਦੀ ਦਾ ਹੁਕਮ ਕਰਨਾ ਪਊਗਾ ਕਿ ਤੁਸੀਂ ਸ਼ੋਰ ਪ੍ਰਦੂਸ਼ਣ ਨੂੰ ਬੰਦ ਕਰੋ, ਨਹੀਂ ਤੁਹਾਡੇ ਖਿਲਾਫ ਅਦਾਲਤੀ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਊਗਾ।
ਇਹ ਪ੍ਰੋਵੀਜ਼ਨ ਵੀ ਹੈਗਾ ਜੇਕਰ SHO DSP ਵਗੈਰਾ ਜਾਂ SDM ਕਾਰਵਾਈ ਨਹੀਂ ਕਰਦੇ ਤਾਂ। ਜੀ, ਹੁਣ ਚਲਦੇ ਆਪਣਾ ਤੁਹਾਡਾ ਕੀ ਮੈਸੇਜ ਹੈ ਇੱਕ ਆਮ ਸਰੋਤਾ ਵਾਸਤੇ? ਸ਼ੋਰ ਪ੍ਰਦੂਸ਼ਣ ਨੂੰ ਆਪਾਂ ਬਿਲਕੁਲ ਵੀ ਸਹਿਣ ਨਾ ਕਰੀਏ, ਕਿਉਂਕਿ ਇਹਦੇ ਨਾਲ ਸਾਨੂੰ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੰਨਵਾਦ।